ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਕਰੀ ਵਖਿਆਣ ਸੁਕੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੇ ਨੂਰ ਅਰਸੋਂ ਕੁਰਸੋਂ ਝਟਿਆ ਤੁਧ ਡਿਟੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ ਕੱਟਿਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਵਾਹਿਗੁਰੂ ਸਾਹਿਬ ਜੀ ਸੂਹੀ ਮਹਲਾ ਪੰਜਵਾਂ ਜਾ ਕੈ ਦਰਸ ਪਾਪ ਕੂਟ ਉਤਾਰੇ ਭੇਟਤ ਸੰਗ ਇਹ ਭਉਜਲ ਤਾਰੇ ਜਾ ਕੈ ਦਰਸ ਪਾਪ ਕੂਟ ਉਤਾਰੇ ਭੇਟਤ ਸੰਗ ਇਹ ਭਉਜਲ ਤਾਰੇ ਹੋਏ ਸਾਜਣੇ ਹੋਏ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ ਰਹਾਉ ਜਾ ਕਾ ਸ਼ਬਦ ਸੁਣਤ ਸੁਖ ਸਾਰੇ ਜਾ ਕੇ ਟਹਿਲ ਜਮਦੂਤ ਬਿਦਾਰੇ ਜਾ ਕੇ ਧੀਰਕ ਇਸ ਮਨੈ ਸਧਾਰੇ ਜਾ ਕੈ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸੁਆਰੇ ਸ਼ਰਨ ਨਾਨਕ ਤਿਨ ਸਦ ਬਲਿਹਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸੁਆਰੇ ਸ਼ਰਨ ਨਾਨਕ ਤਿਨ ਸਦ ਬਲਿਹਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਨੰਜਾਰਾ ਜਹੂਰ ਸ਼ਬਦ ਗੁਰੂ ਜੋਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੋ ਬੈਠੇ ਸਤਸੰਗੀ ਜਨ ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ
ਨਿਤਨੇਮ ਦੀਆਂ ਬਾਣੀਆਂ ਤੋਂ ਉਪਰੰਤ ਆਸਾ ਕੀ ਵਾਰ ਸ਼ਬਦ ਕੀਰਤਨ ਦੇ ਨਾਲ ਆਓ ਜੀ ਸੰਗ ਪਾ ਰਹੇ ਸੁਆਓ। ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਹੁਕਮ ਦੇ ਵਿਚਾਰ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਹਾਜ਼ਰੀ ਰੱਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਹੇ ਮਹਲਾ ਪੰਜਵਾ। ਜਾ ਕੈ ਦਰਸ ਪਾਪ ਕੋਟ ਉਤਾਰੇ, ਭੇਟਤ ਸੰਗ ਇਹ ਭਉਜਨ ਤਾਰੇ। ਸੋਹੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਬਚਨ ਅੰਗ ਨੰਬਰ 739 ਅਤੇ 740 ਦੇ ਉੱਤੇ ਸੁਭਾਇਮਾਨ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਜ ਦਾ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਸ਼ਬਦ ਦਾ ਸੰਖੇਪ ਭਾਵ ਹੈ ਕਿ ਜਿਹਨੇ ਉਸ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਸਿਮਰਿਆ ਹੈ, ਔਰ ਦੂਸਰਾ ਜਿਨ੍ਹਾਂ ਨੇ ਸਿਮਰਨ ਕਰਨ ਵਾਲਿਆਂ ਦੀ ਸੰਗਤ ਕਰ ਲਈ ਹੈ, ਉਹਨਾਂ ਦਾ ਮਨ ਵਸ ਵਿੱਚ ਹੁੰਦਾ ਹੈ। ਉਹਨਾਂ ਨੂੰ ਸਿੱਧੇ ਰਸਤੇ ਦਾ, ਸਿੱਧੇ ਮਾਰਗ ਦਾ ਕਹਿ ਦੇ ਕੇ ਫਿਰ ਉਹ ਪਾਪੀ ਬਣਦੇ ਨੇ, ਉਹਨਾਂ ਨੂੰ ਸਮਝ ਲੱਗਦੀ ਹੈ। ਔਰ ਇਸ ਰਸਤੇ 'ਤੇ ਚੱਲਣ ਵਾਲੇ ਫਿਰ ਉਸ ਰੱਬ ਦੇ ਘਰ ਦੇ ਵਿੱਚ ਹੁੰਦੇ ਪ੍ਰਵਾਨ ਨੇ। ਸਤਿਗੁਰੂ ਜੀ ਨੇ ਸਭ ਤੋਂ ਪਹਿਲਾਂ ਪਾਵਨ ਬਚਨ ਕਿਹਾ ਹੈ ਕਿ ਜਾ ਕੈ ਦਰਸ ਪਾਪ ਕੂਟ ਉਤਾਰੇ। ਕਿ ਭਾਈ ਸਿੱਖਾਂ ਜੇ ਦਰਸ਼ਨ ਵੀ ਕਰਨੇ ਨੇ, ਦਰਸ਼ਨ ਉਹਦੇ ਕਰੀ ਕਿ ਜਿੰਦੇ ਦਰਸ਼ਨ ਕਰਦਿਆਂ ਨਾਲ ਕਰੋੜਾਂ ਜਨਮਾਂ ਦੇ ਕਰੋੜਾਂ ਪਾਪ ਉਤਰ ਜਾਣ। ਜਿਹਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾ ਸਾਹਮਣੇ। ਔਰ ਇੱਕ ਬੇਨਤੀ ਹੋਰ, ਦਰਸ਼ਨ ਕਰਨਾ ਸਿਰਫ ਮੱਥਾ ਟੇਕਣਾ ਦਰਸ਼ਨ ਕਰਨਾ ਨਹੀਂ। ਮੱਥਾ ਟੇਕ ਕੇ ਪਰਿਕਰਮਾ ਕਰ ਲੈਣੀ ਹੈ, ਇਹ ਦਰਸ਼ਨ ਕਰਨਾ ਨਹੀਂ। ਕਿਉਂਕਿ ਸਤਿਗੁਰੂ ਦੇ ਬਾਣੀ ਨੇ ਪਾਵਨ ਬਚਨ ਕਹੇ ਨੇ ਵੀ ਇਵੇਂ ਦੇ ਦਰਸ਼ਨ ਤੇ ਦੁਨੀਆ ਸਾਰੀ ਕਰਦੀ ਹੈ ਕਿ ਸਤਿਗੁਰੂ ਨੂੰ ਸਭ ਕੋ ਵੇਖਦਾ ਦਰਸ਼ਨ ਕਰਦੇ ਨੇ ਨਾ। ਸਤਿਗੁਰੂ ਨੂੰ ਸਭ ਕੋ ਵੇਖਦਾ ਜਿੱਤਾ ਜਗਤ ਸੰਸਾਰ। ਪਰ ਅਗਲੀ ਗੱਲ ਜਿਹੜੀ ਚੇਤੇ ਰੱਖਣ ਵਾਲੇ ਕਹਿੰਦੇ ਤਿੱਚਰ ਮੁਕਤ ਨਾ ਹੋਵੇ, ਜਿਚਰ ਸ਼ਬਦ ਨਾ ਕਰੇ ਵਿਚਾਰ। ਵੀ ਵੇਖ ਲੈਣਾ ਚਲੇ ਗਏ ਕਹਿ ਦੇ ਤਾਂ ਦਰਸ਼ਨ ਹੋ ਗਏ, ਜਦੋਂ ਤੱਕ ਵਿਚਾਰ ਕਰੇਗਾ ਨਹੀਂ ਉਦੋਂ ਤੱਕ ਗੱਲ ਬਣਨੀ ਨਹੀਂ। ਔਰ ਸਤਿਗੁਰੂ ਦੀ ਬਾਣੀ ਇਹ ਸਾਡੀ ਰਹਿਤ ਮਰਿਆਦਾ ਵੀ ਦੱਸਦੀ ਹੈ ਕਿ ਹਰ ਇੱਕ ਸਿੱਖ ਇੱਕ ਸਹਿਜ ਪਾਠ ਘੱਟੋ ਘੱਟ ਜ਼ਿੰਦਗੀ ਵਿੱਚ ਕਰੇ, ਔਰ ਇੱਕ ਸਹਿਜ ਪਾਠ 'ਤੇ ਚੱਲਦੇ ਰਹਿਣਾ ਚਾਹੀਦਾ ਹੈ। ਪਰ ਕਹਾਣੀ ਫਿਰ ਉੱਥੇ ਜਾ ਕੇ ਨਿਬੜਦੇ ਕਿ ਸਾਨੂੰ ਤਾਂ ਪੜ੍ਹਨਾ ਹੀ ਨਹੀਂ ਹੁੰਦਾ, ਸਾਨੂੰ ਤਾਂ ਸਹਿਜ ਪਾਠ ਕਰਨਾ ਹੁੰਦਾ ਹੀ ਨਹੀਂ। ਕਿ ਜੇ 70 ਸਾਲ ਅਸੀਂ ਇਹ ਬਹਾਨੇ ਲਾਉਂਦੇ ਰਹਿ ਗਏ ਕਿ ਸਾਨੂੰ ਪਾਠ ਕਰਨਾ ਹੀ ਨਹੀਂ ਹੁੰਦਾ, ਅਤੇ ਜਿੰਨੇ ਬਹਾਨੇ ਲਾਏ, ਜਿੰਨੀ ਮਿਹਨਤ ਕਰ ਲੈਂਦੇ ਥੋੜ੍ਹੀ ਇੱਕ ਅੰਗ ਵੀ ਰੋਜ਼ ਜੇ ਕਰੀਏ ਸਹਿਜ ਪਾਠ ਦਾ ਆਪ, ਹੁਣ ਇੱਕ ਅੰਗ 'ਤੇ ਕਿੰਨਾ ਸਮਾਂ ਲੱਗਦਾ ਹੈ। ਕਿਉਂਕਿ ਜਿਨ੍ਹਾਂ ਨੂੰ ਪਾਠ ਕਰਨਾ ਹੁੰਦਾ ਉਹਨਾਂ ਲਈ 2 ਮਿੰਟ ਨੇ, 2 ਮਿੰਟ ਦੇ ਵਿੱਚ ਇੱਕ ਅੰਗ ਹੁੰਦਾ, ਬੜੇ ਆਰਾਮ ਨਾਲ ਹੁੰਦਾ। ਜੇ ਹਜੇ ਪਾਠ ਨਹੀਂ ਕਰਨਾ ਹੁੰਦਾ, ਸ਼ੁੱਧ ਨਹੀਂ ਕਰਨਾ ਹੁੰਦਾ, 5 ਮਿੰਟ ਲੱਗ ਜਾਣਗੇ। ਹੁਣ ਜੇ 24 ਘੰਟਿਆਂ ਦੇ ਵਿੱਚੋਂ ਅਸੀਂ ਗੁਰੂ ਲਈ, ਅਸਲ ਵਿੱਚ ਇਹ ਵੀ ਟਾਈਮ ਗੁਰੂ ਵਾਸਤੇ ਨਹੀਂ ਹੈ, ਤੇ ਆਪਣੇ ਲਈ। ਬਾਣੀ ਜੇ ਪੜ੍ਹਨੀ ਗੁਰੂ ਵਾਸਤੇ ਥੋੜ੍ਹੀ ਪੜ੍ਹਨੀ, ਆਪਣੇ ਲਈ ਪੜ੍ਹਨੀ ਹੈ, ਆਪਣੇ ਮਨ ਲਈ, ਆਪਣੇ ਭਲੇ ਲਈ ਪੜ੍ਹਨੀ ਹੈ। ਅਤੇ ਜੇ ਅਸੀਂ 5 ਮਿੰਟ ਵੀ ਨਾ ਕੱਢ ਸਕੀਏ ਫਿਰ ਬਹਾਨੇ ਲਾਉਂਦੇ ਰਹੇ। ਨਹੀਂ, ਗੁਰੂ ਸਾਹਿਬ ਜੀ ਕਹਿੰਦੇ ਅਸਲ ਵਿੱਚ ਉਹ ਦਰਸ਼ਨ ਨਹੀਂ। ਜਿਹਨੇ ਸੱਚਮੁੱਚ ਦਰਸ਼ਨ ਕੀਤੇ ਉਹਨਾਂ ਦੇ ਕਰੋੜਾਂ ਜਨਮਾਂ ਦੇ ਕਰੋੜਾਂ ਪਾਪ ਕੱਟੇ ਗਏ। ਪਰ ਨਾਲ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਪਾਵਨ ਬਚਨ ਵੀ ਕਿਹਾ ਹੈ ਕਿ ਗੁਰੂ ਦੇ ਦਰਸ਼ਨਾਂ ਦੀ ਸਮਝ ਅਸਲ ਵਿੱਚ ਪੈਂਦੀ ਉਹਨਾਂ ਨੂੰ ਹੈ ਜਿਹੜੇ ਚਾਹਤਵਾਨ ਹੋਣ।
ਪਿਆਸ ਲੱਗੀ ਹੋਵੇ ਨਾ, ਬੰਦਾ ਯਤਨ ਕਰਦਾ ਹੈ। ਤੇ ਜੇ ਠੰਡੇ ਪਾਣੀ ਨਾਲ ਪਹਿਲੋਂ ਹੀ ਕੋਲਡ ਡਰਿੰਕ ਨਾਲ ਰੱਜਿਆ ਹੋਵੇ ਤਾਂ ਉਤੋਂ ਕੋਈ ਪੁੱਛੇ ਜਲ ਸਕਣਾ ਜੀ? ਨਹੀਂ, ਲੋੜ ਨਹੀਂ। ਪਰ ਜਿਹਨੂੰ ਪਿਆਸ ਹੋਵੇ ਚੱਲ ਕੇ ਜਾਂਦਾ ਹੈ। ਉਰੇ ਦਰਸ਼ਨਾਂ ਦੀ ਵੀ ਇੱਕ ਪਿਆਸ ਹੈ। ਭਾਈ ਸਾਹਿਬ ਜੀ ਕਹਿੰਦੇ ਨੇ ਜਿਹਨੂੰ ਤਾਂ ਲੱਗੇ, ਜਿੰਦੇ ਤੇ ਅੰਦਰ ਚਾਹਤ ਹੈ, ਤੇ ਜਿਹੜਾ ਪਹਿਲੋਂ ਹੋਰ ਵਾਸ਼ਨਾ ਨਾਲ ਭਰਿਆ ਹੋਵੇ, ਜਿਹੜਾ ਕਹਿੰਦਾ ਹੋਵੇ ਕਿ ਕੀ ਲੋੜ ਹੈ, ਦਰਸ਼ਨ ਕਰ ਲੈ, ਮੱਥਾ ਟੇਕ ਲਿਆ, ਬੜਾ ਹੈ। ਉਹਨਾਂ ਦੇ ਹਾਲਤ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਮਝਾਈ ਕਿ ਜਿਵੇਂ ਬਾਂਦਰ ਦੇ ਗਲ ਦੇ ਵਿੱਚ ਕੋਈ ਕੀਮਤੀ ਰਤਨ ਮਣੀ ਪਾ ਦੇ ਨਾ ਬੰਨ੍ਹ ਕੇ, ਉਹਦੇ ਵਾਸਤੇ ਤਾਂ ਕੱਪੜੇ ਦੇ ਵਿੱਚ ਲਪੇਟੀ ਹੋਈ ਕੋਈ ਚੀਜ਼ ਹੈ, ਯਤਨ ਕਰਦਾ ਕਿ ਲਾ ਕੇ ਸੁੱਟ ਦਿਆਂ, ਜਾਂ ਜੇ ਨਾ ਵੀ ਲੱਥੇ ਉਹਦੇ ਜਾਣੇ ਬਣਾ ਕੇ ਕਿੰਨੀ ਕੁ ਕੀਮਤੀ ਹੈ। ਹਾਲਤ ਤਾਂ ਇਵੇਂ ਦੀ ਹੈ ਨਾ, ਜੇ ਅਸੀਂ ਸਿਰਫ ਬਹਾਨੇ ਲਾਉਂਦੇ ਰਹੇ ਤਾਂ ਹਾਲਤ ਸਿਰਫ ਇਹੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਰਤਨ ਮਣੀ ਗਲ ਬਾਂਦਰੈ, ਕਿਸੇ ਕੀਮ ਨਾ ਜਾਣੈ। ਦੂਸਰੇ ਉਦਾਹਰਨ ਦਿੰਦੇ ਨੇ ਸਾਡੇ ਵਰਗੇ ਕਿ ਜਿਨ੍ਹਾਂ ਨੇ ਪਾਠ ਕਰ ਕਰਕੇ ਸੁਣਾਇਆ, ਕੀਰਤਨ ਕਰਕੇ ਸੁਣਾਇਆ, ਕਥਾ ਕਰਕੇ ਸੁਣਾਈ, ਔਰ ਕੇਵਲ ਸੁਣਾਈ, ਮੰਨੀ ਨਹੀਂ, ਕੇਵਲ ਸੁਣਾਇਆ ਹੀ ਸੁਣਾਇਆ। ਕਹਿੰਦੇ ਉਹਨਾਂ ਦੇ ਹਾਲਤ ਇਵੇਂ ਦੀ ਹੈ ਜਿਵੇਂ ਇੱਕ ਕੜਛੀ ਹੈ। ਦੇਖੋ ਕੜਛੀ ਨੇ ਦਾਲ 'ਚ ਵੀ ਫਿਰਨਾ ਹੈ, ਉਹਨੇ ਖੀਰ 'ਚ ਵੀ ਫਿਰਨਾ, ਉਹਨੇ ਕੜਾਹ ਵੀ ਬਣਾਉਣਾ ਹੈ। ਉਹ ਮਿੱਠੇ 'ਚ ਵੀ ਫਿਰੀ, ਨਮਕੀਨ 'ਚ ਵੀ ਫਿਰੀ, ਖੱਟ ਮਿੱਠੇ 'ਚ ਵੀ ਫਿਰੀ। ਪਰ ਜੇ ਉਹਨੂੰ ਪੁੱਛੇ ਕਿ ਇੰਨੇ ਪਦਾਰਥ ਤਿਆਰ ਕੀਤੇ ਨੇ, ਕੜਛੀ ਦੱਸ ਕੋਈ ਸਵਾਦ ਆਇਆ? ਹੁਣ ਕੜਛੀ 'ਤੇ ਜਾਣੇ ਬਣਾ ਕੇ ਸਵਾਦ ਕੀ ਹੁੰਦਾ? ਇਹ ਜਿਹੜਾ ਕੇਵਲ ਉੱਤੋਂ ਤੋਂ ਪੜ੍ਹ ਕੇ ਸੁਣਾ ਦੇਣਾ, ਬਿਲਕੁਲ ਉਸ ਕੜਛੀ ਦੀ ਤਰ੍ਹਾਂ ਹੋ ਸਕਦਾ ਹੈ। ਭਾਈ ਸਾਹਿਬ ਜੀ ਕਹਿੰਦੇ ਨੇ ਖਾਣ ਵਾਲੇ 'ਤੇ ਸਵਾਦ ਲੈ ਜਾਣਾ। ਔਰ ਸਤਿਗੁਰੂ ਦੀ ਬਾਣੀ ਵੀ ਉਹ ਭੋਜਨ ਹੈ ਜਿਹੜਾ ਸਤਿਗੁਰੂ ਜੀ ਨੇ ਪਾਵਨ ਬਚਨ ਕਿਹਾ, ਜੇ ਕੋ ਖਾਵੇ ਜੇ ਕੋ ਪਹੁੰਚੇ। ਇਹਨੂੰ ਕੋ ਖਾ ਕੇ ਪਚਾ ਲਵੇ ਸਹੀ। ਸੁਣਨ ਵਾਲੇ ਨੂੰ ਤਾਂ ਹੋ ਸਕਦਾ ਇਹ ਹਜਮ ਵੀ ਹੋ ਜੇ, ਹੋ ਸਕਦਾ ਸਵਾਦ ਵੀ ਆ ਜੇ, ਪਰ ਸੁਣਾਉਣ ਵਾਲੇ ਕਈ ਵਾਰੀ ਕੜਛੀ ਦੀ ਤਰ੍ਹਾਂ ਬਿਲਕੁਲ ਇਸ ਸਵਾਦ ਤੋਂ ਵਾਂਝੇ ਰਹਿ ਜਾਂਦੇ ਨੇ। ਜਿਹਨੂੰ ਭਾਈ ਸਾਹਿਬ ਜੀ ਕਹਿੰਦੇ ਨੇ ਕੜਛੀ ਸਾਉ ਨਾ ਸੰਭਲੈ, ਭੋਜਨ ਰਸ ਖਾਣਾ। ਅਗਲੇ ਉਦਾਹਰਨ ਦਿੰਦੇ ਨੇ ਸੰਗਤ ਵਿੱਚ ਗੁਰੂ ਦੇ ਆ ਕੇ ਦਰਸ਼ਨ ਸਾਰੇ ਕਰਦੇ ਨੇ, ਪਰ ਗੁਰੂ ਇੱਕ ਸਾਗਰ ਹੈ, ਸਮੁੰਦਰ ਹੈ। ਤੇ ਭਾਈ ਸਾਹਿਬ ਜੀ ਕਹਿੰਦੇ ਨੇ ਜਿਵੇਂ ਡੱਡੂ ਪਾਣੀ ਦੇ ਵਿੱਚ ਰਹਿੰਦਾ ਹੈ। ਹੁਣ ਪਾਣੀ ਦੇ ਵਿੱਚ ਕਮਲ ਦਾ ਫੁੱਲ ਵੀ ਉੱਗਿਆ ਹੈ, ਪਰ ਡੱਡੂ ਦਾ ਸੁਭਾਅ ਉਹਨੇ ਕੇਵਲ ਚਿੱਕੜ ਹੀ ਖਾਣਾ ਹੈ, ਉਹਨੇ ਰਹਿਣਾ ਹੀ ਗੰਦਗੀ 'ਚ ਹੈ। ਕਮਲ ਦੇ ਫੁੱਲ ਜੋ ਸਾਰੇ ਨਹੀਂ ਜਾਣਦਾ ਸੁਗੰਧ, ਉਹਨੂੰ ਕੀ ਪਤਾ ਕਿ ਸੁਗੰਧ ਹੋਵੇਗੀ। ਕਹਿੰਦੇ ਡੱਡੂ ਕਿਚੜ ਵਾਸ ਹੈ, ਕਵਲੇ ਨਾ ਸੰਜਾਣੈ। ਇਸੇ ਤਰ੍ਹਾਂ ਕਹਿੰਦੇ ਨਾਪ ਕਤੂਰੀ ਮਿਰਗ ਦੈ, ਫਿਰਦਾ ਹੈਰਾਨੈ। ਮਿਰਗ ਦੇ ਅੰਦਰ, ਨਾਭੇ ਦੇ ਅੰਦਰ ਕਸਤੂਰੀ ਹੈ, ਪਰ ਹੈਰਾਨ ਹੋਇਆ ਥੱਲੇ ਸੁੰਘਦਾ ਕਿ ਸ਼ਾਇਦ ਇਹ ਕਸਤੂਰੀ ਦੀ ਸੁਗੰਧ ਕਿਤੇ ਜ਼ਮੀਨ ਤੋਂ ਆ ਰਹੀ। ਗੁਰੂ ਪਰਮੇਸ਼ਰ ਸਾਡੇ ਅੰਦਰ ਹੈ, ਔਰ ਅਸੀਂ ਉਸ ਸੁਗੰਧ ਨੂੰ ਲੱਭਣ ਵਾਸਤੇ ਫਿਰ ਕਈ ਵਾਰੀ ਡੇਰਿਆਂ 'ਤੇ, ਕਈ ਵਾਰੀ ਹੋਰ ਥਾਵਾਂ 'ਤੇ ਵੀ ਜਾਂਦੇ ਹਾਂ। ਭਾਈ ਸਾਹਿਬ ਜੀ ਕਹਿੰਦੇ ਨੇ ਸਾਡੀ ਹਾਲਤ ਉਵੇਂ ਦੀ ਹੈ ਕਿ ਜਿਵੇਂ ਇੱਕ ਗੁੱਜਰ ਦੁੱਧ ਵੇਚਦਾ ਹੈ। ਦੁੱਧ ਬੜਾ ਕੀਮਤੀ ਹੈ, ਪਰ ਦੁੱਧ ਵੇਚ ਕੇ ਲਿਆਉਂਦਾ ਕੀ ਹੈ ਜੀ? ਜਾਂ ਖਲ ਲਾਏਗਾ ਜਾਂ ਸੂਰੀ ਲਾਵੇਗਾ। ਦੁੱਧ ਦਾ ਰਸ ਆਪ ਨਹੀਂ ਮਾਣਿਆ, ਵੇਚ ਤੇ ਆਇਆ, ਬਸ ਉਹਦੇ ਬਦਲੇ 'ਚ ਖਲ ਤੇ ਸੂੜੀ ਲਿਆਇਆ। ਉੱਥੇ ਭਾਈ ਸਾਹਿਬ ਜੀ ਉਦਾਹਰਨ ਦੇ ਕੇ ਕਹਿੰਦੇ ਨੇ ਗੁੱਜਰ ਗੋਰਸ ਵੇਚ ਕੇ ਖਲ ਸੂੜੀ ਆਣੈ। ਕਹਿੰਦੇ ਬੇਮੁਖ ਮੁੱਲੋ ਭੁੱਲਿਆ, ਦੁੱਖ ਸਹਿਜ ਮਨ। ਅਸਲ ਵਿੱਚ ਜਿਹੜਾ ਹੋਈ ਬੇਮੁਖ ਗਿਆਨ, ਉਹ ਭਾਵੇਂ ਸੰਗਤ ਵਿੱਚ ਆ ਵੀ ਜਾਏ, ਉਹ ਗੁਰੂ ਦੇ ਦਰਸ਼ਨ ਆ ਕੇ ਕਰ ਵੀ ਲਵੇ। ਜਿਹੜਾ ਮੁੱਢ ਤੋਂ ਹੀ ਭੁੱਲਿਆ ਹੈ, ਫਿਰ ਉਹਦੇ ਵਾਸਤੇ ਤੇ ਉਰਖਿਮਾ ਕਰਨਾ, ਫਿਰ ਉਹ ਗੁਰੂ ਗ੍ਰੰਥ ਸਾਹਿਬ ਨੂੰ ਕੁਝ ਹੋਰ ਹੀ ਸਮਝਦੇ ਨੇ ਕਿ ਆਪਣੇ ਕੰਮਾਂ ਕਰਕੇ ਤੇ ਵਰਤ ਲਓ। ਵਿਆਹ ਹੈ, ਸ਼ਾਦੀ ਹੈ, ਕੋਈ ਮਰਿਆ ਹੈ, ਜੰਮਿਆ ਹੈ, ਗੁਰੂ ਸਾਹਿਬ ਨੂੰ ਕਰ ਲਿਆ, ਉਹ ਆਪਣਾ ਕੰਮ ਕਰਾਓ, ਰਮਾਨਾਂ ਦਿਓ ਤੇ ਵਿਦਾ ਕਰ ਦਿਓ। ਨਹੀਂ, ਸਤਿਗੁਰੂ ਜੀ ਨੇ ਕਿਰਪਾ ਕੀਤੀ ਸੱਚਮੁੱਚ ਜਿਨ੍ਹਾਂ ਦੇ ਅੰਦਰ ਚਾਹਤ ਹੈ, ਔਰ ਉਸ ਚਾਹਤ ਦੇ ਨਾਲ ਜਿਨ੍ਹਾਂ ਨੇ ਦਰਸ਼ਨ ਕੀਤੇ ਕਿ ਜਾ ਕੇ ਦਰਸ਼ ਪਾਪ ਕੂਟ ਉਤਾਰੇ,
ਔਰ ਜਿੱਥੇ ਗੁਰੂ ਸਾਹਿਬ ਜੀ ਸਾਨੂੰ ਗੁਰਬਾਣੀ ਦੇ ਵਿੱਚ ਉਦਾਹਰਨਾਂ ਦੇ ਕੇ ਸਮਝਾਉਂਦੇ ਨੇ, ਇਤਿਹਾਸ ਵਿੱਚ ਬੇਨਤੀ ਪ੍ਰਮਾਣ ਨੇ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜਦੋਂ ਕਸ਼ਮੀਰ ਗਏ, ਔਰ ਉੱਥੇ ਇੱਕ ਸਿੱਖ ਹੈ ਭਾਈ ਕੱਟੂ, ਜਿਹਦੇ ਇੱਕ ਛੋਟੀ ਜਿਹੀ ਛਪਰੀ ਪਾਈ ਹੈ, ਆਉਂਦੀਆਂ ਜਾਂਦੀਆਂ ਸੰਗਤਾਂ ਦੇ ਦਰਸ਼ਨ ਕਰਦਾ ਹੈ, ਕਿਰਤ ਕਰਦਾ ਹੈ। ਔਰ ਇੱਕ ਮਾਈ ਨੂੰ ਰੋਜ਼ ਵੇਖਦਾ ਕਿ ਇੰਨੇ ਕੁ ਵਜੇ ਜਾਂਦੀ ਸਵੇਰੇ ਕਿ 2 ਘੰਟੇ ਤੋਂ ਬਾਅਦ ਵਾਪਸ ਆਉਂਦੀ ਹੈ। ਜਦੋਂ 8-10 ਦਿਨ ਲਗਾਤਾਰ ਵੇਖਦਾ ਰਿਹਾ, ਮਾਈ ਦਰਸ਼ਨ ਕਰਕੇ ਵਾਪਸ ਆਈ। ਔਰ ਇਸ ਭਾਈ ਕੱਟੂ ਨੇ ਪੁੱਛ ਲਿਆ ਕਿ ਬੀਬੀ, ਮਾਈ ਤੂੰ ਰੋਜ਼ ਜਾਂਦੀ ਹੈ ਤੇ ਜਾਂਦੀ ਕਿੱਥੇ ਹੈ? ਔਰ ਉਸ ਮਾਤਾ ਨੇ ਦੱਸਿਆ ਕਿ ਇੱਥੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਆਏ ਨੇ, ਉਹ ਦੀਵਾਨ ਲਾਉਂਦੇ ਨੇ, ਆਸਾ ਕੀ ਵਾਰ ਦਾ ਕੀਰਤਨ ਹੁੰਦਾ, ਬਾਅਦ 'ਚ ਗੁਰੂ ਸਾਹਿਬ ਜੀ ਉਪਦੇਸ਼ ਦਿੰਦੇ ਨੇ, ਦਰਸ਼ਨ ਕਰਨ ਵਾਸਤੇ ਜਾਂਦੀ ਹੈ। ਔਰ ਭਾਈ ਕੱਟੂ ਦੇ ਅੱਖਾਂ ਦੇ ਵਿੱਚ ਜਲ ਭਰ ਰਿਹਾ, ਕਿਉਂਕਿ ਅਸਲ ਵਿੱਚ ਭਾਈ ਕੱਟੂ ਦੇ ਅੰਦਰ ਇੱਕ ਚਾਹਤ ਸੀ ਦਰਸ਼ਨਾਂ ਦੀ, ਭਾਵੇਂ ਉਹ ਸਰੀਰ ਕਰਕੇ ਚੱਲ ਕੇ ਨਹੀਂ ਗਿਆ, ਭਾਵੇਂ ਉਹਨੇ ਪਹਿਲੋਂ ਸਤਿਗੁਰੂ ਦੇ ਦਰਸ਼ਨ ਕਦੇ ਕੀਤੇ ਨਹੀਂ ਸਨ। ਔਰ ਉਸ ਮਾਈ ਨੂੰ ਪੁੱਛਦਾ ਕਿ ਗੁਰੂ ਸਾਹਿਬ ਦੇ ਦਰਸ਼ਨ ਕਰੀਦੇ ਕਿਵੇਂ ਨੇ, ਕਿਉਂਕਿ ਗਾਡੇ ਦਰਸ਼ਨਾਂ ਦੇ ਚੱਲਦੇ ਨਾ, ਜਿਹਨੇ ਦਰਸ਼ਨ ਕੀਤੇ ਕਰੋੜਾਂ ਪਾਪ ਗੁਰੂ ਉਤਾਰਦਾ ਹੈ। ਔਰ ਮਾਈ ਨੇ ਦੱਸਿਆ ਆਪਣੇ ਢੰਗ ਨਾਲ, ਜਿਵੇਂ ਆਮ ਕੀਤਾ ਜਾਂਦਾ ਹੈ ਕਿ ਭਾਈ ਜਾਈਦਾ ਹੈ ਆਪਣੇ ਵੱਲੋਂ ਜਥਾ, ਜੋ ਕੋਈ ਨਾ ਕੋਈ ਭੇਟਾ ਅੱਗੇ ਰੱਖ ਕੇ ਹੱਥ ਜੋੜ ਕੇ ਮੱਥਾ ਟੇਕ ਦਿੰਦਾ ਹੈ, ਇਹੀ ਦਰਸ਼ਨ ਨੇ। ਔਰ ਭਾਈ ਕੱਟੂ ਨੇ ਫਿਰ ਸਵਾਲ ਪੁੱਛ ਲਿਆ ਕਿ ਬੀਬੀ, ਜੇ ਕਿਸੇ ਕੋਲ ਰੁਪਈਆ ਧੇਲਾ ਕੁਝ ਵੀ ਨਾ ਹੋਵੇ ਦੇਣ ਵਾਸਤੇ, ਭੇਟਾ ਦੇਣ ਵਾਸਤੇ ਕੁਝ ਨਾ ਹੋਵੇ, ਫਿਰ ਦਰਸ਼ਨ ਕਿਵੇਂ ਕਰੇ? ਔਰ ਉਹ ਮਾਈ ਕਹਿੰਦੇ ਕਿ ਭਾਈ ਖਾਲੀ ਹੱਥ ਨਹੀਂ ਜਾਈਦਾ। ਹੁਣ ਭਾਈ ਕੱਟੂ ਕਹਿੰਦੇ ਕਿ ਬੀਬੀ ਫਿਰ ਕੁਝ ਨਾ ਕੁਝ ਦੇ ਕੇ ਜਾ, ਕਿ ਮੈਂ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਾਂ। ਔਰ ਮਾਈ ਕਹੇ ਕਿ ਮੈਂ ਤਾਂ ਘਰੋਂ ਲੈ ਕੇ ਇੱਕ ਟਕਾ ਆਈ ਸਾਂ, ਜਿਹੜਾ ਅੱਗੇ ਜਾ ਕੇ ਮੱਥਾ ਟੇਕ ਆਈ, ਕਿ ਮੇਰੇ ਕੋਲ ਹੁਣ ਦੇਣ ਲਈ ਕੁਝ ਨਹੀਂ। ਪਰ ਭਾਈ ਕੱਟੂ ਦੂਜੀ ਵਾਰ ਕਹਿੰਦਾ ਕਿ ਮਾਈ ਤੂੰ ਗੁਰੂ ਸਾਹਿਬ ਦੇ ਦਰਸ਼ਨ ਕਰਵਾ ਸਕਣੀ, ਤੇਰੇ ਕੋਲ ਸਭ ਕੁਝ ਹੈ। ਉਹ ਮਾਈ ਥੋੜ੍ਹੀ ਜਿਹੀ ਖਿੱਚ ਗਈ, ਮੈਂ ਝੂਠ ਥੋੜ੍ਹੀ ਬੋਲਣੀ ਭਾਈ, ਜੇ ਹੁੰਦਾ ਇੱਕ ਅੱਧਾ ਟਕਾ ਤੈਨੂੰ ਵੀ ਦੇ ਦਿੰਦੀ। ਔਰ ਭਾਈ ਕੱਟੂ ਕਹਿੰਦਾ ਕਿ ਮਾਈ ਗੁਰੂ ਕੇਵਲ ਟਕਿਆਂ ਨਾਲ ਨਹੀਂ ਦਰਸ਼ਨ ਦਿੰਦਾ, ਗੁਰੂ ਤੇ ਜਿਹੜੀਆਂ ਅੱਖਾਂ ਦੇ ਨਾਲ ਤੂੰ ਦਰਸ਼ਨ ਕਰਕੇ ਆਈ ਨੇ, ਕਰੀ ਇਹਨਾਂ ਅੱਖਾਂ ਨਾਲ ਜੇ ਮੇਰੇ ਤੇ ਕਿਰਪਾ ਭਰੀ ਨਜ਼ਰ ਨਾਲ ਵੇਖ ਲਵੇ ਨਾ, ਤੇ ਗੁਰੂ ਦੇ ਦਰਸ਼ਨ ਤੇ ਇਹਨਾਂ ਅੱਖਾਂ ਦੇ ਵਿੱਚੋਂ ਵੀ ਹੋ ਜਾਣਗੇ। ਕਿਉਂਕਿ ਅੰਦਰ ਪਿਆਸ ਸੀ, ਅੰਦਰ ਇੱਕ ਤੜਪ ਸੀ ਕਿ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਔਰ ਬੇਨਤੀ ਕਰਦੇ ਨੇ ਕਿ ਸਤਿਗੁਰੂ ਜੀ ਕਿਰਪਾ ਕਰੋ, ਇੱਕ ਵਾਰੀ ਦਰਸ਼ਨ ਦਿਓ, ਕਿ ਤੁਹਾਡਾ ਦਰਸ਼ਨ ਕਰਕੇ ਮੇਰਾ ਕਰਮ ਪੂਰਾ ਹੋ ਜਾਏ। ਅਸਲ ਵਿੱਚ ਉਹ ਦਰਸ਼ਨਾਂ ਦੀ ਪਿਆਸ ਸੀ ਕਿ ਜਿਹਨੂੰ ਗੁਰੂ ਸਾਹਿਬ ਜੀ ਨੇ ਪਾਵਨ ਬਚਨ ਕਹੇ ਨੇ, ਦਰਸ਼ਨ ਪਰਸਿਆ ਗੁਰੂ ਕਹੇ, ਜਨਮ ਮਰਨ ਦੁੱਖ ਜਾਏ। ਭਾਵੇਂ ਬੀਬੀ ਖਿੱਚ ਕੇ ਬੋਲੇ, ਪਰ ਜਦੋਂ ਇੰਨੇ ਪਿਆਰ ਦੇ ਨਾਲ ਕਿਹਾ ਕਿ ਮਾਈ ਤੂੰ ਦਰਸ਼ਨ ਕਰਕੇ ਆਈ, ਤੇਰੀਆਂ ਅੱਖਾਂ ਦੇ ਵਿੱਚ ਗੁਰੂ ਵਸਿਆ ਹੈ। ਔਰ ਇਸ ਢੰਗ ਨਾਲ ਜਿਨ੍ਹਾਂ ਨੇ ਦਰਸ਼ਨ ਕੀਤੇ, ਗੁਰੂ ਸਾਹਿਬ ਨੇ ਜੀ ਕਿਰਪਾ ਕੀਤੀ, ਉਹਨਾਂ ਦੇ ਕਰੋੜਾਂ ਜਨਮਾਂ ਦੇ ਕਰੋੜਾਂ ਪਾਪ ਉਤਾਰ ਦਿੱਤੇ। ਜਾ ਕੈ ਦਰਸ ਪਾਪ ਕੂਟ ਉਤਾਰੇ, ਭੇਟਤ ਸੰਗੇ ਭਵਜਲ ਤਾਰੇ। ਤੇ ਕੇਵਲ ਗੁਰੂ ਨਹੀਂ, ਜਿਨ੍ਹਾਂ ਨੇ ਦਰਸ਼ਨ ਕੀਤੇ ਉਹਨਾਂ ਦੀ ਸੰਗਤ ਕਰਕੇ ਵੀ ਗੁਰੂ ਭਵ ਸਾਗਰ ਤੋਂ ਪਾਰ ਕਰਦਾ ਹੈ। ਜਿਵੇਂ ਭਾਈ ਕੱਟੂ ਨੇ ਦਰਸ਼ਨ ਮਾਈ ਦੇ ਕੀਤੇ, ਪਰ ਪਾਰ ਉਤਾਰਾ ਹੋ ਗਿਆ, ਅੰਦਰ ਦਰਸ਼ਨਾਂ ਦੀ ਪਿਆਸ ਖਤਮ ਹੋ ਗਈ। ਔਰ ਗੁਰੂ ਸਾਹਿਬ ਜੀ ਨੇ ਰਹਾਉ ਦੀ ਪੰਕਤੀ 'ਚ ਪਾਵਨ ਬਚਨ ਕਹੇ ਨੇ, ਓਏ ਸਾਜਣ ਓਏ ਮੀਤ ਪਿਆਰੇ, ਜੋ ਹਬ ਕੋ ਹਰ ਨਾਮ ਚਿਤਾਰੇ। ਸਤਿਗੁਰੂ ਕਹਿੰਦੇ ਨੇ ਭਾਈ ਸਾਡੇ ਉਹੀ ਸੱਜਣ ਨੇ, ਉਹੀ ਮਿੱਤਰ ਨੇ ਕਿ ਜਿਹੜੇ ਸਾਨੂੰ ਸਾਡੇ ਗੁਰੂ ਦਾ ਨਾਮ ਚੇਤੇ ਕਰਾਉਣ, ਜਿਹੜੇ ਆਪ ਜਪਦੇ ਹੋਣ ਸਾਨੂੰ ਵੀ ਜਪਾਉਣ, ਜਿਹੜੇ ਗੁਰੂ ਦੇ ਇਸ ਹੁਕਮ ਨੂੰ ਮੰਨਦੇ ਹੋਣ ਕਿ ਆਪ ਜਪੋ ਅਵਰਾ ਨਾਮ ਜਪਾਓ। ਸਾਡੇ ਮਿੱਤਰ ਉਹ ਨੇ ਕਿ ਜਿਹਨੂੰ ਗੁਰੂ ਸਾਹਿਬ ਜੀ ਬਾਣੀ ਦੇ ਵਿੱਚ ਕਹਿੰਦੇ ਨੇ, ਜਿਨ੍ਹਾਂ ਦੇ ਸੰਦੜਿਆ ਦੁਰਮਤ ਵੰਜੈ, ਮਿੱਤਰ ਅਸਾਡੜੇ ਸਹੀ,
ਕਿ ਜਿਨ੍ਹਾਂ ਨੂੰ ਮਿਲ ਕੇ ਸਾਡੇ ਅੰਦਰ ਦੀ ਦੁਰਮਤ ਭੈੜੀ ਮਤ ਵੰਝਾ ਦੂਰ ਹੋ ਜੇ। ਸਾਡੇ ਮਿੱਤਰ ਤੇ ਉਹੀ ਨੇ, ਸਾਡੇ ਮਿੱਤਰ ਤੇ ਫਿਰ ਉਹੀ ਨੇ ਜਿਹਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਇਸ ਸੰਸਾਰ ਦੇ ਵਿੱਚ ਵੀ ਚੱਲਦੇ ਆ ਤੇ ਸੰਸਾਰ ਤੋਂ ਬਾਅਦ ਸਰੀਰ ਛੱਡ ਕੇ ਵੀ ਜਿੱਥੇ ਜਾਣਾ ਹੈ ਸਾਡੇ ਨਾਲ ਜਾਣ ਮਿੱਤਰ ਕਿਉਂ ਹੀ ਨਹੀਂ। ਸਤਿਗੁਰੂ ਦਾ ਪਾਵਨ ਬਚਨ ਭਾਵੇਂ ਉਹ ਸੱਜਣ ਠਾਕੁਰ ਨੂੰ ਸੁਣਾਇਆ ਸੀ, ਸਾਡੇ ਵਾਸਤੇ ਵੀ ਹੈ ਔਰ ਹਰ ਵੇਲੇ ਹੈ ਕਿ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਣ ਅਸਲ ਸੱਜਣ ਉਹ ਨੇ। ਔਰ ਇੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ ਜਿਨ੍ਹਾਂ ਦੇ ਸੰਦੜਿਆ ਦੁਰਮਤ ਵੰਝਾਏ ਮਿੱਤਰ ਅਸਾਡੜੇ ਸਹੀ ਹੋਂ ਢੰਢੇਂਦੇ ਜਗ ਸਪਾਇਆ। ਔਰ ਐਸੇ ਮਿੱਤਰ ਨੂੰ ਲੱਭਣ ਵਾਸਤੇ ਸਾਰਾ ਸੰਸਾਰ ਢੂੰਡਿਆ ਲੱਭਿਆ, ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਪਾਵਨ ਵਚਨ ਕੀਤੇ ਕਿ ਨਾਨਕ ਵਿਰਲੇ ਕਈ। ਸੰਸਾਰ ਸਾਰਾ ਲੱਭ ਲਿਆ ਪਰ ਐਸੇ ਮਿੱਤਰ ਵੀ ਵਿਰਲੇ ਨਿਕਲਦੇ ਨੇ, ਸੰਸਾਰ 'ਚ ਹੈ ਹੀ ਵਿਰਲੇ, ਜਿਹਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਹੈਣ ਵਿਰਲੇ ਨਾ ਹੀ ਘਣੇ ਫੈਲ ਪਕੜ ਸੰਸਾਰ। ਬਾਕੀ ਸੰਸਾਰ ਤਾਂ ਸਾਰਾ ਹੈ ਹੀ ਫੈਲ ਪਕੜ। ਬਸ ਇਵੇਂ ਦੇ ਸੱਜਣ ਮਿੱਤਰ ਜਦੋਂ ਮਿਲ ਜਾਣ, ਆਪ ਜਪਦੇ ਹੋਣ, ਉਹਨਾਂ ਦੀ ਸੰਗਤ ਕਰਨ ਵਾਲਾ ਉਹਦਾ ਪਾਰ ਉਤਾਰਾ ਹੁੰਦਾ ਹੈ। ਸਤਿਗੁਰੂ ਜੀ ਨੇ ਰਹਾਉ ਦੀ ਪੰਕਤੀ 'ਚ ਪਾਵਨ ਬਚਨ ਕਹੇ ਨੇ, ਰਹਾਉ ਜਾ ਕਾ ਸ਼ਬਦ ਸੁਣਤ ਸੁਖ ਸਾਰੇ। ਤੇ ਕਿਹੜੇ ਗੁਰੂ ਦੇ ਦਰਸ਼ਨ ਕਰਿਆ ਪਾਪ ਉਤਰਦੇ ਨੇ। ਕਹਿੰਦੇ ਜਿਹੜੇ ਗੁਰੂ ਦਾ ਸ਼ਬਦ ਸੁਣੀਏ, ਗੁਰ ਜਾ ਕਾ ਸ਼ਬਦ ਸੁਣਤ ਸੁਖ ਸਾਰੇ, ਸਾਰੇ ਸੁੱਖ ਮਿਲ ਜਾਣ ਸ਼ਬਦ ਸੁਣ ਕੇ। ਹੁਣ ਇਹ ਗੱਲ ਤਾਂ ਭਰੋਸੇ ਵਾਲੇ ਕਹਿ ਸਕਦਾ ਨਾ ਜੀ, ਸ਼ਬਦ ਸੁਣ ਕੇ ਸਾਰੇ ਸੁੱਖ ਮਿਲ ਜਾਂਦੇ ਨੇ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਦੋਂ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਸਨ, ਕਰਤਾਰਪੁਰ ਨਗਰ ਨੂੰ ਜਦੋਂ ਵਸਾਇਆ ਸੀ, ਔਰ ਆਪ ਜੀ ਜਾਣਦੇ ਹੋ ਕਿ ਪਿਛਲੇ 18 ਸਾਲ ਸਰੀਰ ਦੇ ਪਿਛਲੇ 18 ਸਾਲ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਉੱਥੇ ਰਹਿ ਕੇ ਆਪ ਆਪਣੇ ਹੱਥੀਂ ਕਿਰਤ ਕੀਤੀ, ਵਾਹੀ ਕੀਤੀ। ਔਰ ਜਦੋਂ ਸਮਾਂ ਨਿਕਲਦਾ ਸੀ ਨਾਲ ਦੇ ਪਿੰਡਾਂ ਵਿੱਚ ਪ੍ਰਚਾਰ ਕਰਨ ਵੀ ਜਾਂਦੇ ਸਨ। ਧੰਨ ਗੁਰੂ ਨਾਨਕ ਸਾਹਿਬ ਜੀ ਇੱਕ ਪਿੰਡ ਦੇ ਬਾਹਰ ਜਾ ਕੇ ਬੈਠ ਕੇ ਭਾਈ ਮਰਦਾਨਾ ਜੀ ਨਾਲ, ਔਰ ਸਤਿਗੁਰੂ ਜੀ ਕਹਿੰਦੇ ਨੇ ਮਰਦਾਨਿਆ ਤਾਰ ਛੇੜ ਬਾਣੀ ਆਈ ਹੈ। ਇਹ ਬਚਨ ਕਹਿੰਦੇ ਸਨ, ਮਰਦਾਨਿਆ ਤਾਰ ਛੇੜ ਬਾਣੀ ਆਈ ਹੈ। ਔਰ ਬਾਣੀ ਐਸੀ ਆਈ ਕਿ ਜਾ ਕਾ ਸ਼ਬਦ ਸੁਣਤ ਸੁਖ ਸਾਰੇ। ਉਹ ਕੀਰਤਨ ਕਰਦੇ ਨੇ, ਪਿੰਡ ਦਾ ਖੱਤਰੀ ਹੈ, ਚੌਧਰੀ ਹੈ, ਲੰਘਦਾ ਲੰਘਦਾ ਕੰਨਾਂ ਦੇ ਵਿੱਚ ਸ਼ਬਦ ਪਿਆ। ਔਰ ਸੰਤ ਮਹਾਂਪੁਰਸ਼ ਵੇਖ ਕੇ ਇੰਨੇ ਮਿੱਠੇ ਧੁਨ ਦੇ ਵਿੱਚ ਗਾਉਂਦਿਆਂ ਹੋਏ ਵੇਖ ਕੇ ਉਹਨੂੰ ਨਹੀਂ ਪਤਾ ਕਿ ਸ਼ਬਦ ਕਹੀਦਾ ਹੈ, ਉਹਨੂੰ ਨਹੀਂ ਪਤਾ ਇਹਨੂੰ ਕੀਰਤਨ ਕਹੀਦਾ ਹੈ, ਪਰ ਇੰਨਾ ਪਤਾ ਕਿ ਜੋ ਕੁਛ ਗਾਉਂਦੇ ਨੇ ਬੜਾ ਹੀ ਮਿੱਠਾ ਤੇ ਬੜਾ ਹੀ ਆਨੰਦ ਵਾਲਾ ਹੈ। ਸਤਿਗੁਰੂ ਜੀ ਦੇ ਨੇਤਰ ਬੰਦ ਨੇ, ਉਹ ਗੁਰੂ ਸਾਹਿਬ ਦੇ ਕੋਲ ਆ ਕੇ ਬੈਠ ਗਿਆ, ਸਾਰਾ ਸ਼ਬਦ ਸੁਣਿਆ, ਬੋਲਿਆ ਕੁਛ ਨਹੀਂ, ਉੱਠ ਕੇ ਚਲਾ ਗਿਆ। ਅਗਲੇ ਦਿਨ ਫਿਰ ਆਇਆ ਸਤਿਗੁਰੂ ਜੀ, ਫਿਰ ਉੱਥੇ ਬੈਠੇ। ਸਤਿਗੁਰੂ ਜੀ ਸ਼ਬਦ ਕਹੂਗਾ, ਇਹ ਕੋਲ ਬਵੇ ਸ਼ਬਦ ਸੁਣੇ ਉੱਠ ਕੇ ਚਲਾ ਜਾਏ। ਅਸਲ ਵਿੱਚ ਇਹਦਾ ਪਿੰਡ ਦੇ ਵਿੱਚ ਇੱਕ ਹੋਰ ਮਿੱਤਰ ਹੈ। ਉਹਨੇ ਪੁੱਛ ਲਿਆ ਕਿ ਚੌਧਰੀ ਤੂੰ ਰੋਜ਼ ਜਾਂਦਾ ਹੈ ਕਿ ਮਿਲਣਾ ਵੀ ਘੱਟ ਹੈ, ਤੂੰ ਜਾਂਦਾ ਕਿੱਥੇ? ਸਵੇਰੇ ਇਸ ਟਾਈਮ ਰੋਜ਼ ਹੀ ਜਾਂਦਾ ਹੈ। ਔਰ ਉਹਨੇ ਕਿਹਾ ਕਿ ਬਾਹਰ ਕੋਈ ਸੰਤ ਆਏ ਨੇ, ਉਹ ਕੁਝ ਗਾਉਂਦੇ ਨੇ ਤੇ ਜੋ ਕੁਝ ਗਾਉਂਦੇ ਨੇ ਬਸ ਸੁਣ ਕੇ ਉੱਥੋਂ ਉੱਠਣ ਨੂੰ ਚੇਤੇ ਨਹੀਂ ਕਰਦਾ। ਜਾ ਕਾ ਸ਼ਬਦ ਸੁਣਨ ਸੁੱਖ ਸਾਰੇ, ਇੰਨੇ ਕੁ ਸੁੱਖ ਮਿਲਦੇ ਨੇ ਕਿ ਲੱਗਦਾ ਇੱਥੇ ਬੈਠੇ ਰਹੀਏ। ਔਰ ਉਹ ਚੌਧਰੀ ਕਹਿੰਦਾ ਕਿ ਅੱਜ ਤੂੰ ਵੀ ਚੱਲ ਮੇਰੇ ਨਾਲ। ਅੱਗੋਂ ਜਿਹੜਾ ਮਿੱਤਰ ਸੀ, ਅਸਲ ਵਿੱਚ ਸਾਖੇ ਦੇ ਵਿੱਚੋਂ ਜਿਹੜੇ ਸਾਨੂੰ ਸਿੱਖਿਆ ਮਿਲਦੀ ਹੈ ਨਾ, ਕਿ ਚੰਗੀ ਸੰਗਤ ਮਿਲੇ ਜਾਂ ਸੰਗਤ ਮਿਲੇ ਮਾੜੀ, ਉਹਦਾ ਫਲ ਜ਼ਰੂਰ ਮਿਲਦਾ ਹੈ। ਚੰਗੀ ਸੰਗਤ ਦਾ ਵੀ ਮਾੜੀ ਦਾ ਵੀ, ਔਰ ਮਾੜੀ ਦਾ ਤਾਂ ਬਹੁਤ ਛੇਤੀ ਮਿਲ ਜਾਂਦਾ ਹੈ। ਚੰਗੀ ਸੰਗਤ ਦਾ ਫਲ ਮਿਲਦਾ ਹੈ। ਉਹ ਜਦੋਂ ਮਿੱਤਰ ਨੂੰ ਕਿਹਾ ਕਿ ਤੂੰ ਵੀ ਚੱਲ ਸੰਤਾਂ ਮਹਾਂਪੁਰਸ਼ਾਂ ਦੇ ਕੋਲ ਜਾ ਕੇ ਉਹਨਾਂ ਤੋਂ ਸੁਣ ਕੁਝ, ਤੇ ਹੱਸ ਕੇ ਕਹਿੰਦਾ ਕਿ ਚੌਧਰੀ ਇੱਕ ਉਮਰ ਸਤਸੰਗ ਕਰਨ ਦੀ ਹੈ, ਪਰ ਜਵਾਨੀ ਦੇ ਵਿੱਚ ਸੀ। ਕਹਿੰਦਾ ਤੂੰ ਮੇਰੇ ਨਾਲ ਚੱਲ, ਜ਼ਿੰਦਗੀ ਦੇ ਨਜ਼ਾਰੇ ਤੈਨੂੰ ਮੈਂ ਵਿਖਾਉਂਦਾ। ਔਰ ਜਿਹਨੂੰ ਉਹ ਨਜ਼ਾਰੇ ਸਮਝਦਾ ਸੀ ਸ਼ਰਾਬੀ ਕਬਾਬੀ ਸੀ।
ਵੇਸ਼ਵਾਵਾਂ ਦੇ ਅੱਡੇ ਤੇ ਜਾਣ ਵਾਲਾ ਸੀ, ਵਿਸ਼ਈ ਸੀ। ਉਹ ਕਹਿੰਦਾ ਨਹੀਂ ਭਾਈ, ਮੈਨੂੰ ਤਾਂ ਅਸਲ ਵਿੱਚ ਆਨੰਦ ਹੀ ਉੱਥੇ ਆਇਆ, ਮੈਂ ਤਾਂ ਜਾਣਾ ਉੱਥੇ। ਰਾਹ ਦੇ ਪਿੰਡੋਂ ਇਕੱਠੇ ਚੱਲਣ, ਰਾਹ ਦੇ ਵਿੱਚੋਂ ਆ ਕੇ ਬਸ ਅੱਗੋਂ ਰਾਹ ਬਦਲਦੇ, ਉਹ ਜਿਹੜਾ ਵਿਸ਼ੇ ਵਿਕਾਰਾਂ ਵਾਲਾ ਆਪਣੇ ਪਾਸੇ ਨੂੰ ਚਲਾ ਜਾਏ, ਇਹ ਚੌਧਰੀ ਗੁਰੂ ਸਾਹਿਬ ਦੇ ਵਾਲੇ ਪਾਸੇ ਆ ਜਾਏ। ਇਹਨੇ ਸੰਗਤ ਕਰਨੀ, ਸ਼ਬਦ ਸੁਣਨਾ, ਉੱਠ ਕੇ ਵਾਪਸ ਚਲੇ ਜਾਣਾ। ਪਰ ਉਹ ਜਿਹੜਾ ਚੌਧਰੀ ਦਾ ਮਿੱਤਰ, ਉਹਨੇ ਸ਼ਰਤ ਲਾ ਲਈ ਕਿ ਉੱਥੋਂ ਤੂੰ ਕੀ ਖੱਟੇਗਾ, ਕਿ ਇਹ ਥੋੜ੍ਹੀ ਉਮਰ ਹੈ ਸੰਗਤ ਕਰਨ ਵਾਲੀ, ਜਦੋਂ ਬੁੱਢਾ ਹੋ ਜਾਏਗਾ ਜਾਂਦਾ ਨਹੀਂ ਸੰਗਤ ਵਿੱਚ। ਚੱਲ ਅੱਜ ਸ਼ਰਤ ਲਾਉਂਦੇ ਆ ਕਿ ਜਿੱਧਰ ਮੈਂ ਚੱਲਿਆ ਮੈਂ ਦੱਸਾਂਗਾ ਕਿ ਉੱਥੋਂ ਮਿਲਿਆ ਕੀ ਕੁਛ, ਅਤੇ ਜਿੱਥੇ ਤੂੰ ਚੱਲਿਆ ਆ ਕੇ ਤੂੰ ਦੱਸੀ ਕਿ ਤੈਨੂੰ ਕੀ ਮਿਲਿਆ। ਹੁਣ ਸ਼ਰਤ ਲੱਗ ਕੇ ਵਾਪਸ ਆਏ। ਜਿਹੜੀ ਥਾਂ 'ਤੇ ਮਿਲਣਾ ਸੀ ਉਸ ਤੋਂ ਪਹਿਲਾਂ ਜਿਹੜਾ ਵਿਸ਼ੇ ਵਿਕਾਰ ਭੋਗ ਕੇ ਆਇਆ, ਉਹਨੂੰ ਰਾਹ ਦੇ ਵਿੱਚ ਲੱਗਿਆ ਠੁੱਡਾ, ਅਤੇ ਜਿਹਦੇ ਨਾਲ ਠੁੱਡਾ ਲੱਗਿਆ ਅਸਲ ਵਿੱਚ ਕੋਈ ਘੜਾ ਸੀ। ਅਤੇ ਜਦੋਂ ਘੜੇ ਨੂੰ ਦੇਖਿਆ, ਉਹਦੇ ਵਿੱਚ ਕੋਲੇ, ਅਤੇ ਉਹਨਾਂ ਕੋਲਿਆਂ ਦੇ ਵਿੱਚ ਇੱਕ ਸੋਨੇ ਦਾ ਸਿੱਕਾ। ਉਹਨਾਂ ਨੇ ਕੋਲਿਆਂ ਨੂੰ ਤਾਂ ਕੀ ਕਰਨਾ ਸੀ, ਸੋਨੇ ਦਾ ਸਿੱਕਾ ਚੁੱਕ ਲਿਆ। ਇਹ ਸ਼ਰਾਬੀ ਕਬਾਬੀ ਕਈ ਵਾਰੀ ਸਵਾਲ ਪੈਦਾ ਹੁੰਦੇ ਨਾ ਕਿ ਬੰਦਾ ਕਦੇ ਗੁਰੂ ਘਰ ਨਹੀਂ ਆਇਆ, ਮੰਦਰ ਮਸਜਿਦ ਧਰਮ ਦੇ ਨਾਂ ਦਾ ਪਤਾ ਹੀ ਨਹੀਂ, ਔਰ ਰੱਬ ਨੇ ਇੰਨਾ ਕੁਛ ਦਿੱਤਾ ਹੈ। ਕਿਉਂਕਿ ਸਾਨੂੰ ਕਈ ਵਾਰੀ ਰੁਪਈਆ ਪੈਸੇ ਸੁੱਖ ਲੱਗਦਾ ਹੈ। ਉਹਨੇ ਰੁਪਈਆ ਤੇ ਚੁੱਕ ਲਿਆ, ਆ ਗਏ ਤੇ ਉੱਥੇ ਆ ਕੇ ਖਲੋ ਗਿਆ ਜਿੱਥੇ ਮਿਲਣਾ ਸੀ ਦੂਸਰੇ ਗੁਰੂ ਕੀ ਸੰਗਤ ਵਾਲੇ ਨੇ। ਹੁਣ ਉਹ ਗੁਰੂ ਕੀ ਸੰਗਤ ਕਰਕੇ ਜਦੋਂ ਵਾਪਸ ਆਇਆ ਚੌਧਰੀ, ਉਹਦੇ ਪੈਰ 'ਚ ਕੰਡਾ ਖੁੱਬਿਆ, ਅਤੇ ਕੰਡਾ ਵੀ ਜਿਹਨੂੰ ਪਹਾੜੀ ਕਿੱਕਰ ਕਹਿੰਦੇ, ਇੰਨਾ ਤਿੱਖਾ ਕੰਡਾ ਸੀ ਕਿ ਅੰਦਰ ਚੁੱਭਿਆ। ਪਹਿਲਾਂ ਤਾਂ ਬੜੀ ਮੁਸ਼ਕਿਲ ਨਾਲ ਖਿੱਚ ਕੇ ਬਾਹਰ ਕੱਢਿਆ, ਅਤੇ ਜੇ ਕੱਢਿਆ ਪੈਰ ਵਿੱਚੋਂ ਖੂਨ ਨਾ ਰੁਕੇ। ਉਹਨੂੰ ਕੁੱਟ ਕੇ ਬੰਨਿਆ, ਪਰ ਪੈਰ ਉਹਦਾ ਸੁੱਜ ਗਿਆ। ਉਹ ਲਗਾਉਂਦਾ ਹੋਇਆ ਉਸ ਥਾਂ 'ਤੇ ਆ ਕੇ ਹੁਣ ਜਿਹੜੀ ਸ਼ਰਤ ਲਾਈ ਸੀ ਕਿ ਤੂੰ ਸੰਗਤ ਕਰਕੇ ਆਇਆ, ਤੈਨੂੰ ਕੀ ਮਿਲਿਆ ਅਤੇ ਮੈਨੂੰ ਕੀ ਮਿਲਿਆ। ਉਹ ਜਦੋਂ ਸ਼ਰਾਬੀ ਨੂੰ ਪੁੱਛਿਆ ਕਿ ਭਾਈ ਤੈਨੂੰ ਕੀ ਮਿਲਿਆ, ਉਹਨੇ ਤਾਂ ਸਿੱਕਾ ਵਿਖਾ ਦਿੱਤਾ ਕੱਢ ਕੇ, ਆਹ ਸੋਨੇ ਦਾ ਸਿੱਕਾ ਮਿਲਿਆ ਹੈ। ਅਤੇ ਜਿਹੜਾ ਗੁਰੂ ਕੀ ਸੰਗਤ ਕਰਕੇ ਗਿਆ, ਉਹਨੂੰ ਪੁੱਛਿਆ ਤੂੰ ਦੱਸ ਤੈਨੂੰ ਕੀ ਮਿਲਿਆ। ਉਹ ਕਹਿੰਦਾ ਮੈਨੂੰ ਤਾਂ ਕੰਡਾ ਮਿਲਿਆ, ਆਹ ਨਿਸ਼ਾਨੀ ਪੈਰ ਦੇ ਵਿੱਚ ਹੈ, ਕੰਡਾ ਖੁੱਭ ਗਿਆ। ਹੁਣ ਜਿਹੜਾ ਸ਼ਰਾਬੀ ਸੀ, ਬੰਦਾ ਕਬਾਬੀ ਸੀ, ਉਹ ਤਾਂ ਸਗੋਂ ਹੱਸੇ ਕਿ ਤੈਨੂੰ ਕਿਹਾ ਸੀ ਨਾ ਮੇਰੇ ਵਾਲੇ ਪਾਸੇ ਚੱਲ, ਹੁਣ ਦੱਸ ਕਿੱਧਰ ਚੰਗਾ ਅਤੇ ਮਾੜਾ ਕਿੱਧਰ। ਪਰ ਜਿਹਨੂੰ ਗੁਰੂ ਦੇ ਸ਼ਬਦ ਦਾ ਸੁਣ ਕੇ ਸੁੱਖ ਆ ਕੇ ਸੋ ਕਹਿੰਦਾ ਇਹ ਫੈਸਲਾ ਹੁਣ ਮੈਂ ਨਹੀਂ, ਮੇਰਾ ਗੁਰੂ ਕਰੇਗਾ। ਪੁੱਛਣ ਵਾਸਤੇ ਗੁਰੂ ਦੇ ਕੋਲ ਜ਼ਰੂਰ ਮੇਰੇ ਨਾਲ ਇੱਕ ਵਾਰੀ ਚੱਲ, ਔਰ ਉਹਨੂੰ ਲੈ ਕੇ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆਇਆ। ਸਾਰੀ ਗੱਲ ਦੱਸੀ ਕਿ ਸਤਿਗੁਰੂ ਜੀ ਅਸੀਂ ਤਾਂ ਸ਼ਰਤ ਲਾਈ ਸੀ, ਮੈਂ ਸੰਗਤ ਕਰਕੇ ਗਿਆ, ਪੈਰ 'ਚ ਕੰਡਾ ਖੁੱਭ ਗਿਆ, ਇਹ ਵਿਕਾਰ ਭੋਗ ਕੇ ਆਏ, ਇਹਨੂੰ ਸੋਨੇ ਦਾ ਸਿੱਕਾ ਮਿਲ ਗਿਆ। ਹੁਣ ਭਾਗ ਇਹਦੇ ਜ਼ਿਆਦਾ ਚੰਗੇ ਨੇ ਜਾਂ ਮੇਰੇ ਜ਼ਿਆਦਾ ਚੰਗੇ ਨੇ। ਅਤੇ ਧੰਨ ਗੁਰੂ ਨਾਨਕ ਸਾਹਿਬ ਜੀ ਜਿਹਨੂੰ ਸੂਲ ਚੁੱਪੇ ਨਾ ਪੈਰਾਂ ਦੇ ਵਿੱਚ, ਕਹਿੰਦੇ ਵੀ ਭਾਗ ਤੇਰੇ ਸਭ ਤੋਂ ਚੰਗੇ ਨੇ। ਔਰ ਸਤਿਗੁਰੂ ਜੀ ਨੇ ਪਾਵਨ ਬਚਨ ਬਾਣੀ ਦੇ ਵਿੱਚ ਕਹੇ ਨੇ, ਜਿਹੜਾ ਗੁਰੂ ਦਾ ਸਿੱਖ ਬਣ ਜੇ ਨਾ, ਉਹਨੂੰ ਕਹਿੰਦੇ ਨੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ। ਜੋ ਗੁਰਚਰਨੀ ਗੁਰਸਿੱਖ ਪੜ੍ਹਦੇ, ਉਹ ਗੁਰੂ ਦੇ ਚਰਨ ਵਿੱਚ ਆ ਕੇ ਪੈ ਗਿਆ ਨਾ। ਔਰ ਜਦੋਂ ਸੋਨੇ ਦਾ ਮਿਲਿਆ ਸੀ ਸਿੱਕਾ, ਉਹ ਨਾਲੇ ਤੇ ਹੱਸੇ ਅਤੇ ਨਾਲੇ ਕਹੇ ਸਤਿਗੁਰੂ ਜੀ ਨੂੰ ਭਾਗ ਗਈ, ਅਤੇ ਨਾਲੇ ਇਹਦਾ ਪੈਰ ਸੁੱਜ ਗਿਆ। ਸਿੱਕਾ ਕੱਢ ਕੇ ਵਿਖਾਉਂਦਾ, ਕਹਿੰਦਾ ਭਾਗ ਤੇ ਮੇਰੇ ਨੇ, ਆਹ ਸੋਨੇ ਦਾ ਸਿੱਕਾ ਮਿਲਿਆ। ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਅਸਲ ਵਿੱਚ ਤੇਰੇ ਭਾਗਾਂ ਦੇ ਵਿੱਚ ਸੋਨੇ ਦਾ ਇੱਕ ਸਿੱਕਾ ਨਹੀਂ, ਉਹ ਜਿਹੜਾ ਘੜਾ ਭਰਿਆ ਪਿਆ ਕੋਲਾ ਬਣ ਗਿਆ, ਸਾਰੇ ਹੀ ਸੋਨੇ ਦੇ ਸਿੱਕੇ ਤੇਰੇ ਭਾਗਾਂ ਵਿੱਚ ਸਨ। ਪਰ ਵਿਸ਼ੇ ਵਿਕਾਰ ਭੋਗ ਕੇ ਉਹ ਸਾਰੇ ਕੋਲੇ ਹੋ ਕੇ ਸੜ ਗਏ। ਅਤੇ ਸਤਿਗੁਰੂ ਜੀ ਫਿਰ ਇੱਕ ਕਿਵੇਂ ਬਚ ਗਿਆ। ਕਹਿੰਦੇ ਇਹ ਸਾਡੇ ਸਿੱਖ ਦੀ ਜਿਹੜੀ ਤੂੰ ਥੋੜ੍ਹੀ ਜਿਹੀ ਸੰਗਤ ਕਰਨਾ ਨੇ, ਪਿੰਡ ਤੋਂ ਚੱਲ ਕੇ 4 ਕਦਮ ਆਉਣਾ ਇੱਥੋਂ ਤੱਕ, ਬਸ ਇਹ ਸੰਗਤ ਦਾ ਫਲ ਹੈ ਕਿ ਤੈਨੂੰ ਸੋਨੇ ਦਾ ਇੱਕ ਸਿੱਕਾ ਮਿਲ ਗਿਆ। ਹੁਣ ਉਹਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਕਹਿੰਦੇ ਸਤਿਗੁਰੂ ਜੀ ਇਹ ਗੱਲ ਤੇ ਸਮਝ ਆ ਗਈ ਵੀ ਇਹਦੇ ਸੰਗਤ ਕਰਕੇ ਮੈਨੂੰ ਤਾਂ ਸਿੱਕਾ ਇੱਕ ਮਿਲ ਗਿਆ, ਪਰ ਇਹਨੂੰ ਤਾਂ ਸੋਨਾ ਹੀ ਮਿਲੀ ਜਾਂਦਾ।
ਇਹਦੇ ਪੈਰਾਂ 'ਚ ਤਾਂ ਕੰਡੇ ਹੀ ਵੱਜੇ। ਤੇ ਸਤਿਗੁਰੂ ਜੀ ਕਹਿੰਦੇ ਇਹਦੇ ਵੀ ਸੁਣ ਲੈ ਭਾਈ, ਜੇ ਅੱਜ ਇਹ ਤੇਰੇ ਨਾਲ ਜਾਂਦਾ ਤੇ ਸਤਿਗੁਰੂ ਜੀ ਕਹਿੰਦੇ ਤੈਨੂੰ ਰਾਹ ਦੇ ਵਿੱਚ ਇੱਕ ਸ਼ਰਾਬੀ ਮਿਲਿਆ ਸੀ ਨਾ? ਕਹਿੰਦਾ ਮਿਲਿਆ ਸੀ ਜੀ, ਕਿਉਂਕਿ ਸ਼ਰਾਬ ਦੇ ਨਸ਼ੇ ਵਿੱਚ ਸੀ, ਬਹੁਤ ਮਾੜਾ ਬੋਲਦਾ ਸੀ, ਮੈਂ ਤੇ ਕੰਨਾਂ ਦੇ ਵਿੱਚ ਉਂਗਲੀਆਂ ਦੇ ਕੇ ਨਿਕਲ ਆਇਆ। ਸਤਿਗੁਰੂ ਕਹਿੰਦੇ ਤੂੰ ਤੇ ਨਿਕਲ ਆਇਆ, ਪਰ ਜੇ ਇਹ ਨਾਲ ਹੁੰਦਾ ਇਹਨੇ ਨਿਕਲ ਕੇ ਨਹੀਂ ਸੀ ਆਉਣਾ, ਇਹਨੇ ਕਤਲ ਕਰ ਦੇਣਾ ਸੀ। ਬਸ ਉਹ ਸਮਾਂ ਨਿਕਲ ਗਿਆ, ਇਹਨੇ ਕਤਲ ਕਰਨਾ ਸੀ, ਇਹਨੂੰ ਸੂਲੀ ਚੜਾ ਦਿੱਤਾ ਜਾਣਾ ਸੀ। ਹੁਣ ਉਹ ਤੇਰੀ ਸੰਗਤ ਕੀਤੀ, ਉਹਦੀ ਸਜ਼ਾ ਇੰਨੀ ਕੁ ਤੈਨੂੰ ਮਿਲਣੀ ਸੀ, ਸੂਲੀ ਤੋਂ ਸੂਲ ਬਣ ਕੇ ਪੈਰ 'ਚ ਘੁੰਮ ਗਈ। ਕਿਉਂਕਿ ਸੰਗਤ ਜਿਵੇਂ ਦੇ ਕਰੀਏ ਫਲ ਉਵੇਂ ਦਾ ਮਿਲਦਾ ਜ਼ਰੂਰ ਹੈ। ਚੰਗੀ ਸੰਗਤ ਕਰੀਏ ਤੇ ਮਾੜੇ ਭਾਗ ਜਿਹੜੇ ਨੇ ਉਹ ਸੜ ਕੇ ਸੋਨੇ ਵਰਗੇ ਹੋ ਜਾਂਦੇ ਨੇ, ਔਰ ਚੰਗੇ ਭਾਗ ਹੁਣ ਸੰਗਤ ਮਾੜੇ ਦੀ ਕਰ ਲਈਏ ਤੇ ਭਾਗ ਚੰਗੇ ਵੀ ਸੜ ਕੇ ਕੋਲਾ ਬਣ ਜਾਂਦੇ ਨੇ। ਇਸੇ ਕਰਕੇ ਬਾਬਾ ਕਬੀਰ ਜੀ ਨੇ ਪਾਵਨ ਬਚਨ ਕਹੇ ਨੇ ਕਿ ਕਬੀਰ ਸਾਖਤ ਸੰਗ ਨ ਕੀਜੀਐ, ਦੂਰਾ ਜਾਈਐ ਭਾਗ। ਹੁਣ ਉੱਥੇ ਬਾਬਾ ਕਬੀਰ ਜੀ ਨੂੰ ਜੇ ਪੁੱਛਿਆ ਕਿ ਸਾਡਾ ਕੀ ਲੈਂਦਾ ਸੰਗਤ, ਜੇ 2-4 ਮਿੰਟ ਕੋਲ ਖਲੋਗੇ ਤੇ ਸਾਡਾ ਕੀ ਵਿਗੜ ਗਿਆ? ਤੇ ਬਾਬਾ ਕਬੀਰ ਜੀ ਕਹਿੰਦੇ ਨਹੀਂ, ਦਰਸ਼ਨ ਕਾਰੂ ਪਰਸੀ ਹੈ, ਬਰਤਨ ਕਾਰੂ ਪਰਸੀ ਹੈ ਤੋ ਕੁਛ ਲੱਗ ਹੈ ਦਾਗ। ਵੀ ਕਾਲੇ ਬਰਤਨ ਦੇ ਕੋਲ ਮਾੜਾ ਜਿਹਾ ਕੋਈ ਖਲੋ ਵੀ ਜਾਏ, ਕਿਤੇ ਨਾ ਕਿਤੇ ਦਾਗ ਧੱਕੇ ਨਾਲ ਲੱਗ ਹੀ ਜਾਂਦਾ ਹੈ। ਭਾਈ ਸੰਗਤ ਕਰੋ, ਜਿਹੜੇ ਆਪ ਜਪਣ ਵਾਲੇ ਨੂੰ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਗੁਰੂ ਦਾ ਸ਼ਬਦ ਸੁਣ ਕੇ ਸਾਰੇ ਸੁੱਖ ਮਿਲਦੇ ਨੇ। ਔਰ ਇਹ ਸਾਖੀਆਂ ਭਾਵੇਂ ਕਈ ਵਾਰੀ ਹੁੰਦਾ ਕਿ ਚਲੋ ਇਹ ਤਾਂ ਸਾਖੀਆਂ ਨੇ, ਪਰ ਇਹ ਸਾਖੀਆਂ ਐਵੇਂ ਨਹੀਂ, ਸਾਨੂੰ ਬੜੀ ਵੱਡੀ ਸਿੱਖਿਆ ਦਿੰਦੀਆਂ ਨੇ। ਗੁਰੂ ਦਾ ਸੁੱਖ ਮਿਲ ਕੇ ਸੁਣ ਕੇ ਜਿਨ੍ਹਾਂ ਨੇ ਸ਼ਬਦ ਸੁਣਿਆ ਉਹਨਾਂ ਨੂੰ ਸੁੱਖ ਮਿਲਦੇ ਨੇ, ਔਰ ਸਾਰੇ ਮਿਲਦੇ ਨੇ। ਜਾ ਕਾ ਸ਼ਬਦ ਸੁਣਤ ਸੁਖ ਸਾਰੇ, ਜਾ ਕੇ ਟਹਿਲ ਜਮਦੂਤ ਬਿਧਾਰੇ। ਕਹਿੰਦੇ ਭਾਈ ਉਸ ਗੁਰੂ ਦੀ ਸੰਗਤ ਕਰ, ਜਿਹੜੇ ਗੁਰੂ ਦਾ ਸ਼ਬਦ ਸੁਣ ਕੇ ਸਾਰੇ ਸੁੱਖ ਮਿਲਦੇ ਨੇ। ਇਕੱਲੇ ਸੁੱਖ ਹੀ ਨਹੀਂ ਕਿ ਜਿੰਦੇ ਸੇਵਾ ਕਰਕੇ ਜਮਦੂਤ ਵੀ ਦੂਰੋਂ ਭੱਜ ਜਾਂਦੇ ਨੇ। ਜਾ ਕੇ ਟਹਿਲ ਜਮਦੂਤ ਬਿਧਾਰੇ, ਜਾ ਕੇ ਧੀਰਕ ਇਸ ਮਣੇ ਸਿਧਾਰੇ। ਔਰ ਇਹ ਜਿਹੜੇ ਜਮਦੂਤ ਨੇ ਅਸਲ ਵਿੱਚ ਮੰਨਿਆ ਜਾਂਦਾ ਨਾ ਧਰਮਰਾਜ ਦੇ ਭੇਜੇ ਹੋਏ ਨੇ। ਤੇ ਗੁਰੂ ਸਾਹਿਬ ਜੀ ਕਹਿੰਦੇ ਧਰਮਰਾਜ ਨੇ ਤੇ ਇਹਨਾਂ ਦੂਤਾਂ ਨੂੰ ਵੀ ਸਮਝਾ ਦਿੱਤਾ, ਜਮਦੂਤਾਂ, ਕਿ ਜੈ ਹੈ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁਟ ਹੈ, ਨਿਕਟ ਨਾ ਜਾਈਓ ਦੂਤ। ਦੂਤੋਂ ਇਹਨਾਂ ਦੇ ਨੇੜੇ ਭੁੱਲ ਕੇ ਨਾ ਚਲੇ ਜਾਓ। ਇਹ ਬੰਦਗੀ ਕਰਨ ਵਾਲੇ, ਸਿਮਰਨ ਕਰਨ ਵਾਲੇ, ਤੁਹਾਡਾ ਇੱਥੇ ਕੋਈ ਕੰਮ ਨਹੀਂ। ਜਾਓਗੇ ਤੇ ਬੱਝ ਜਾਓਗੇ, ਔਰ ਬੱਝ ਨਾਲ ਮੈਂ ਵੀ ਜਾਣਾ, ਛੁੱਟਣਾ ਮੈਂ ਵੀ ਨਹੀਂ। ਨਾ ਹੋ ਨਾ ਤੂੰ ਨਹਿ ਛੁੱਟ ਹੈ, ਨਾ ਤੁਸੀਂ ਛੁੱਟਣਾ ਨਾ ਮੈਂ ਛੁੱਟਣਾ, ਸਾਡੇ ਪੂਰੀ ਸਾਰੇ ਨੇ ਬੱਝ ਜਾਣਾ, ਛੁੱਟਣਾ ਕਿਸੇ ਨਹੀਂ। ਔਰ ਗੁਰੂ ਸਾਹਿਬ ਜੀ ਕਹਿੰਦੇ ਨੇ ਉਸ ਗੁਰੂ ਦੇ, ਜਿਹੜੇ ਗੁਰੂ ਦਾ ਸ਼ਬਦ ਸੁਣ ਕੇ ਸਾਰੇ ਸੁੱਖ ਮਿਲਦੇ ਨੇ, ਜਿਹੜੇ ਗੁਰੂ ਦੀ ਸੇਵਾ ਕਰਕੇ ਜਮਦੂਤ ਦੂਰੋਂ ਭੱਜ ਜਾਂਦੇ ਨੇ, ਔਰ ਜਿਹੜੇ ਗੁਰੂ ਦੇ ਧੀਰਜ ਦੇ ਨਾਲ ਜਾ ਕੇ ਧੀਰਕ ਇਸ ਮਣੇ ਸੁਧਾਰੇ, ਇਸ ਮਨ ਨੂੰ ਸਿੱਧੇ ਰਸਤੇ 'ਤੇ ਪਾਇਆ ਜਾ ਸਕਦਾ ਹੈ। ਔਰ ਮਨ ਸਿੱਧੇ ਰਸਤੇ ਚੱਲ ਜਾਏ ਤੇ ਫਿਰ ਮਨ ਵਰਗਾ ਮਿੱਤਰ ਵੀ ਕੋਈ ਨਹੀਂ। ਮਨ ਬੜਾ ਵੱਡਾ ਦੁਸ਼ਮਣ ਹੈ ਜਦੋਂ ਪੁੱਠੇ ਪਾਸੇ ਲੈ ਕੇ ਜਾਂਦਾ ਹੈ, ਔਰ ਇਹਨੂੰ ਕਾਬੂ ਕਰਨਾ ਬੜਾ ਔਖਾ ਹੈ। ਪਰ ਬਾਬਾ ਕਬੀਰ ਜੀ ਕਹਿੰਦੇ ਜਦੋਂ ਸਿੱਧੇ ਪਾਸੇ ਚੱਲ ਜਾਏਗਾ ਫਿਰ ਇਸ ਮਨ ਵਰਗਾ ਮਿੱਤਰ ਵੀ ਕੋਈ ਨਹੀਂ। ਮਨ ਹੀ ਮਨ ਸੋ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਕਿ ਮਨ ਵਰਗਾ ਮਿੱਤਰ ਕਿਹੜਾ ਹੈ? ਪਰ ਇਸ ਸਿੱਧੇ ਪਾਸੇ ਚੱਲਦਾ ਰਹੇ। ਜਾ ਕੈ ਸਿਮਰਨ ਮੁਖ ਉਜਲਾਰੇ, ਕਹਿੰਦੇ ਉਸ ਗੁਰੂ ਦੇ ਦਰਸ਼ਨ ਕਰਕੇ ਸੁੱਖ ਮਿਲਦੇ ਨੇ ਸਾਰੇ ਭਾਈ, ਜਿੱਦਾਂ ਸਿਮਰਨ ਕਰਕੇ ਇਸ ਮਾਤਲੁਕ ਵਿੱਚ ਤੇ ਪਰਲੋਕ ਵਿੱਚ ਵੀ ਮੁਖ ਉਜਲਾ ਹੁੰਦਾ ਹੈ, ਇੱਜ਼ਤ ਮਾਣ ਮਿਲਦਾ ਹੈ। ਅਖੀਰ ਤੇ ਸਤਿਗੁਰੂ ਜੀ ਨੇ ਫਿਰ ਬਖਸ਼ਿਸ਼ ਕੀਤੀ, ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ। ਜਿਹੜੇ ਪ੍ਰਭੂ ਦਾ ਸੇਵਕ ਹੈ, ਗੁਰੂ ਦਾ ਸਿੱਖ ਹੈ, ਗੁਰੂ ਦੀ ਸੇਵਾ ਸਿਮਰਨ ਕਰਨ ਵਾਲਾ ਹੈ, ਮੇਰੇ ਪ੍ਰਭੂ ਨੇ, ਗੁਰੂ ਨੇ ਉਹਨਾਂ ਦੇ ਜੀਵਨ ਨੂੰ ਆਪ ਹੀ ਸਵਾਰਿਆ ਹੈ।
ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ, ਤੇ ਜਿਨ੍ਹਾਂ ਦਾ ਜੀਵਨ ਮੇਰਾ ਗੁਰੂ ਸਵਾਰੇ। ਅਖੀਰ ਤੇ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਫਿਰ ਉਹ ਅਰਦਾਸ ਬੇਨਤੀ ਕਰਕੇ ਕਹਿੰਦੇ ਨੇ ਕਿ ਸ਼ਰਨ ਨਾਨਕ ਤਿੰਨ ਸਦ ਬਲਿਹਾਰੇ, ਕਿ ਇਹ ਸਤਿਗੁਰੂ ਜੀ ਕਿਰਪਾ ਕਰੋ, ਮੈਂ ਤੁਹਾਡੀ ਸ਼ਰਨ ਵਿੱਚ ਆਇਆ। ਔਰ ਐਸੇ ਬੰਦਗੀ ਕਰਨ ਵਾਲੇ ਸਿੱਖਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਨਾਨਕ ਤਿੰਨ ਸਦ ਬਲਿਹਾਰੇ, ਭਈ ਅਸੀਂ ਉਹਨਾਂ ਤੋਂ ਸਦਕੇ ਜਾਈਏ, ਬਲਿਹਾਰ ਜਾਈਏ। ਔਰ ਐਸੇ ਜਪਣ ਵਾਲਿਆਂ ਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਗੁਰ ਸਿੱਖਾਂ ਕੀ ਹਰ ਧੂੜ ਦੇ, ਹਮ ਪਾਪੇ ਪੇਗਤ ਪਾਹੇ। ਹੁਣ ਪਾਪੇ ਗੁਰੂ ਸਾਹਿਬ ਤੇ ਨਹੀਂ ਨਾ, ਪਰ ਕਿਉਂਕਿ ਮਨ ਨੂੰ ਸਮਝਾਉਣਾ ਹੈ ਕਿ ਸਾਡੇ ਵਰਗੇ ਪਾਪੀ ਵੀ ਉਹਨਾਂ ਨੂੰ ਕਿਤੇ ਉਹ ਰਾਹ ਮਿਲ ਜੇ, ਜਪਣ ਵਾਲੇ ਦੀ ਸੰਗਤ ਬਖਸ਼ੇ। ਔਰ ਸਤਿਗੁਰੂ ਜੀ ਕਿਰਪਾ ਕਰਨ। ਸੰਗਤ ਦੀ ਮਹੱਤਤਾ ਔਰ ਸੰਗਤ ਦੇ ਵਿੱਚ ਆ ਕੇ ਗੁਰੂ ਦਾ ਪਿਆਰ ਜਿਹੜਾ ਹੈ, ਇਹ ਸਾਡੀ ਸਮਝ ਵਿੱਚ ਆ ਜੇ। ਸਤਿਗੁਰੂ ਜੀ ਸਾਨੂੰ ਕਹਿਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ ਸਮਤ ਬਖਸ਼ਣ, ਆਪਣਾ ਪਿਆਰ, ਆਪਣੇ ਨਾਮ ਦੀ ਦਾਤ ਬਖਸ਼ਣ। ਹੋਈਆਂ ਫੁੱਲਾਂ ਦੀ ਕੀਮਾ। ਆਓ ਇੱਕ ਦੋ ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।